ਜ਼ਿਆਦਾਤਰ ਇੰਡੀਅਨ ਨਾਲ ਜੇ ਤੁਸੀਂ ਸੁਪਨਿਆਂ ਦੀ ਗੱਲ ਕਰੋਗੇ ਨਾ ਤਾਂ ਉਹਦੇ ਵਿੱਚ ਇੱਕ ਆਪਣਾ ਘਰ ਖਰੀਦਣ ਦਾ ਸੁਪਨਾ ਜ਼ਰੂਰ ਹੋਏਗਾ। ਸਾਡੇ ਦਿਮਾਗ 'ਚ ਇੱਕ ਨੋਸ਼ਨ ਹੀ ਹੈ ਕਿ ਇੱਕ ਵਾਰ ਆਪਣਾ ਘਰ ਖਰੀਦ ਲਿਆ ਨਾ ਤਾਂ ਲਾਈਫ ਸੌਰਟ ਹੋ ਜਾਏਗੀ। ਅਸੀਂ ਜਦੋਂ ਤੋਂ ਕਮਾਉਣਾ ਸ਼ੁਰੂ ਕਰਦੇ ਹਾਂ ਸਾਡੇ ਮਾਈਂਡ ਦੇ ਵਿੱਚ ਇੱਕ ਚੀਜ਼ ਚੱਲਦੀ ਹੈ ਕਿ ਇੱਕ ਵਾਰ ਡਾਊਨ ਪੇਮੈਂਟ ਦੇ ਪੈਸੇ ਇਕੱਠੇ ਹੋ ਜਾਣ ਫਿਰ ਤਾਂ ਲੋਨ ਲੈ ਕੇ ਘਰ ਖਰੀਦ ਹੀ ਲਵਾਂਗੇ। ਹਾਲਾਂਕਿ ਅਸੀਂ ਬਾਰ-ਬਾਰ ਇਹੀ ਚੀਜ਼ ਕਹਿੰਦੇ ਹਾਂ ਕਿ ਅੱਜ ਦੀ ਓਵਰਹੀਟਡ ਮਾਰਕੀਟ ਦੇ ਵਿੱਚ ਰੀਅਲ ਏਸਟੇਟ 'ਚ ਇਨਵੈਸਟ ਕਰਨਾ ਕੋਈ ਵਧੀਆ ਗੱਲ ਨਹੀਂ ਹੈ, ਬਟ ਅਸੀਂ ਇਹ ਵੀ ਸਮਝਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਨਾ ਆਪਣਾ ਘਰ ਖਰੀਦਣਾ ਇੱਕ ਮੈਂਟਲ ਸੈਟੀਸਫੈਕਸ਼ਨ ਜ਼ਰੂਰ ਦਿੰਦਾ ਹੈ। ਤੁਹਾਡੇ 'ਚੋਂ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ ਜਿਨ੍ਹਾਂ ਕੋਲ ਡਾਊਨ ਪੇਮੈਂਟ ਦਾ ਕੁਝ ਅਮਾਊਂਟ ਜਾਂ ਫਿਰ ਪੂਰਾ ਅਮਾਊਂਟ ਇਕੱਠਾ ਹੋ ਗਿਆ ਹੋਵੇਗਾ, ਤਾਂ ਤੁਸੀਂ ਬਸ ਘਰ ਸਰਚ ਕਰਨਾ ਸ਼ਾਇਦ ਸ਼ੁਰੂ ਹੀ ਕਰ ਦਿੱਤਾ ਹੋਵੇਗਾ। ਘਰ ਖਰੀਦਣਾ ਇੱਕ ਇੰਨਾ ਵੱਡਾ ਡਿਸੀਜਨ ਹੈ ਕਿ ਉਸ ਡਿਸੀਜਨ ਲੈਣ ਤੋਂ ਪਹਿਲਾਂ ਉਸ 'ਤੇ ਆਉਣ ਵਾਲੇ ਖਰਚਿਆਂ ਬਾਰੇ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਥਰੂ ਤੁਹਾਨੂੰ ਬੇਸਿਕ ਆਈਡੀਆ ਮਿਲ ਜਾਏਗਾ ਕਿ ਘਰ ਖਰੀਦਣ ਲਈ ਤੁਹਾਨੂੰ ਕੀ ਖਰਚੇ ਆ ਸਕਦੇ ਨੇ। ਜੇਕਰ ਇਸ ਵੀਡੀਓ ਨੂੰ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਘਰ ਖਰੀਦਣਾ ਕਿੰਨਾ ਮਹਿੰਗਾ ਹੋ ਸਕਦਾ ਹੈ। ਜਿਹੜਾ ਅਸੀਂ 50-60 ਲੱਖ ਰੁਪਏ ਸੁਣਦੇ ਹਾਂ ਉਹ ਸਿਰਫ ਇੱਕ ਬੇਸਿਕ ਪ੍ਰਾਈਸ ਹੈ। ਇਸ ਤੋਂ ਬਾਅਦ ਵੀ ਸਾਨੂੰ 10 ਅਲੱਗ-ਅਲੱਗ ਤਰ੍ਹਾਂ ਦੇ ਚਾਰਜਸ ਦੇਣੇ ਪੈਂਦੇ ਨੇ ਤੇ ਇਹੀ ਚਾਰਜਸ 50 ਤੋਂ 60% ਹੋ ਸਕਦੇ ਨੇ ਬੇਸਿਕ ਪ੍ਰਾਈਸ ਦੇ। ਜੇਕਰ ਅਸੀਂ 60 ਲੱਖ ਰੁਪਏ ਦਾ ਕੋਈ ਫਲੈਟ ਖਰੀਦ ਰਹੇ ਹਾਂ ਤਾਂ ਉਹਦੇ ਲਈ ਸਾਨੂੰ 90 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਪੇ ਕਰਨੇ ਪੈ ਸਕਦੇ ਨੇ। ਹਾਲਾਂਕਿ ਇਹਦੇ ਵਿੱਚ ਤੁਹਾਡੇ ਲੋਨ ਅਮਾਊਂਟ ਦਾ ਇੰਟਰਸਟ ਰੇਟ ਇਨਕਲੂਡ ਨਹੀਂ ਕੀਤਾ। ਜੇਕਰ ਉਹਨੂੰ ਵੀ ਐਡ ਕਰੋਗੇ ਤਾਂ ਇਹੀ ਅਮਾਊਂਟ 1.5 ਕਰੋੜ ਤੱਕ ਜਾ ਸਕਦੀ ਹੈ। ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਹੋਵੇਗਾ, ਤਾਂ ਦੇਖਦੇ ਹਾਂ ਕਿ ਘਰ ਖਰੀਦਣ ਵੇਲੇ ਕਿਹੜੇ ਐਕਸਟਰਾ ਖਰਚੇ ਹੁੰਦੇ ਨੇ। ਮੰਨ ਲੈਂਦੇ ਹਾਂ ਕਿ ਤੁਸੀਂ ਕੋਈ ਅਨਕੰਸਟਰਕਟਡ ਅਪਾਰਟਮੈਂਟ ਖਰੀਦਦੇ ਹੋ ਹਾਊਸਿੰਗ ਕੰਪਲੈਕਸ ਦਿੱਲੀ ਦੇ ਵਿੱਚ, ਜਿਹਦਾ ਬੇਸਿਕ ਪ੍ਰਾਈਸ 60 ਲੱਖ ਰੁਪਏ ਹੈ ਤੇ ਏਰੀਆ 1500 ਸਕੁਅਰ ਫੀਟ ਹੈ। ਹੁਣ ਦੇਖਦੇ ਹਾਂ ਕਿ ਇਹਦੇ ਉੱਪਰ ਕੀ ਐਕਸਟਰਾ ਖਰਚੇ ਹੋ ਸਕਦੇ ਨੇ। ਸਭ ਤੋਂ ਪਹਿਲਾ ਜਿਹੜਾ ਖਰਚਾ ਹੁੰਦਾ ਉਹ ਹੁੰਦਾ ਫਲੈਟ ਦੀ ਬ੍ਰੋਕਰੇਜ। ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਲੋਕ ਡੀਲਰ ਦੇ ਥਰੂ ਹੀ ਘਰ ਖਰੀਦਦੇ ਨੇ, ਜਿਹਨੂੰ ਬ੍ਰੋਕਰ ਕਿਹਾ ਜਾਂਦਾ ਹੈ। ਬ੍ਰੋਕਰ ਦਾ ਬੇਸਿਕਲੀ ਕੰਮ ਕੀ ਹੁੰਦਾ, ਉਹ ਸੈਲਰ ਜਾਂ ਬਾਇਰ ਤੋਂ 1 ਜਾਂ 2% ਕਮਿਸ਼ਨ ਲੈਂਦਾ। ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਿ ਤੁਹਾਨੂੰ ਯਾਨੀ ਕਿ ਬਾਇਰ ਨੂੰ 1% ਕਮਿਸ਼ਨ ਉਸ ਡੀਲਰ ਨੂੰ ਦੇਣਾ ਪਏਗਾ। ਸੋ ਬੇਸਿਕ ਪ੍ਰਾਈਸ ਅਗਰ 60 ਲੱਖ ਰੁਪਏ ਦਾ 1% ਦੇਖੇ ਤਾਂ 60,000 ਰੁਪਏ ਤੁਹਾਨੂੰ ਉਸ ਬ੍ਰੋਕਰ ਨੂੰ ਦੇਣੇ ਪੈਣਗੇ। ਜੇ ਆਪਣੇ ਅਗਲੇ ਖਰਚੇ ਦੀ ਗੱਲ ਕਰੀਏ ਤਾਂ PLC ਪ੍ਰੈਫਰੈਂਸ਼ੀਅਲ ਲੋਕੇਸ਼ਨ ਚਾਰਜਸ। ਹੁਣ ਜੋ ਅਸੀਂ 60 ਲੱਖ ਰੁਪਏ ਦਾ ਅਪਾਰਟਮੈਂਟ ਖਰੀਦ ਰਹੇ ਹਾਂ ਉਹ ਇੱਕ ਬੇਸਿਕ ਅਪਾਰਟਮੈਂਟ ਹੈ। ਹੋ ਸਕਦਾ ਸਾਨੂੰ ਕੋਈ ਹਾਇਰ ਫਲੋਰ ਤੇ ਅਪਾਰਟਮੈਂਟ ਚਾਹੀਦਾ ਹੋਵੇ ਜਾਂ ਪਾਰਕ ਫੇਸਿੰਗ ਅਪਾਰਟਮੈਂਟ ਚਾਹੀਦਾ ਹੋਵੇ ਜਾਂ ਫਿਰ ਕਾਰਨਰ ਵਾਲਾ ਫਲੈਟ ਚਾਹੀਦਾ ਹੋਵੇ। ਉਹਦੇ ਲਈ ਸਾਨੂੰ ਇੱਕ ਅਲੱਗ ਤੋਂ ਪ੍ਰੀਮੀਅਮ ਪੇ ਕਰਨਾ ਪਏਗਾ। ਵੈਸੇ ਤਾਂ ਇਹ ਚਾਰਜਸ ਸਾਡੇ ਫਲੈਟ ਦੇ ਏਰੀਆ ਤੇ ਡਿਪੈਂਡ ਕਰਦੇ ਨੇ, ਬਟ ਇੱਕ ਐਵਰੇਜ ਸੁਸਾਇਟੀ ਦੇ ਤੌਰ ਤੇ ਸਾਨੂੰ 150 ਤੋਂ 200 ਪਰ ਸਕੁਅਰ ਫੀਟ ਪੇ ਕਰਨਾ ਪੈ ਸਕਦਾ। ਸੋ ਆਪਣੇ 1500 ਸਕੁਅਰ ਫੀਟ ਦੇ ਹਿਸਾਬ ਨਾਲ ਸਾਨੂੰ ਅਰਾਊਂਡ 3 ਲੱਖ ਰੁਪਏ PLC ਪੇ ਕਰਨਾ ਪਏਗਾ। ਤੀਜੇ ਨੰਬਰ ਤੇ ਆਉਂਦੇ ਆ ਪਾਰਕਿੰਗ ਚਾਰਜਸ। ਵੈਸੇ ਤਾਂ ਪਾਰਕਿੰਗ ਚਾਰਜਸ ਏਰੀਆ ਤੇ ਡਿਪੈਂਡ ਕਰਦੇ ਨੇ, ਪਰ ਆਪਾਂ ਮੰਨ ਕੇ ਚੱਲਦੇ ਹਾਂ ਕਿ ਸਾਨੂੰ ਜੇ ਇੱਕ ਗੱਡੀ ਦੀ ਪਾਰਕਿੰਗ ਚਾਹੀਦੀ ਹੈ ਤਾਂ ਸਾਨੂੰ ਬੇਸਿਕ ਪ੍ਰਾਈਸ ਦਾ 5 ਤੋਂ 7% ਪੇ ਕਰਨਾ ਪਏਗਾ। ਉੱਥੇ ਹੀ ਜੇ 2 ਗੱਡੀਆਂ ਦੀ ਪਾਰਕਿੰਗ ਚਾਹੀਦੀ ਹੈ ਸਾਨੂੰ ਆਲਮੋਸਟ ਡਬਲ ਪੇ ਕਰਨਾ ਪਏਗਾ। ਹੁਣ ਜੇ ਆਪਾਂ 6% ਵੀ ਲੈ ਕੇ ਚੱਲੀਏ ਤਾਂ 60 ਲੱਖ ਰੁਪਏ ਦਾ 6% ਸਾਨੂੰ ਅਰਾਊਂਡ 3,60,000 ਰੁਪਏ ਐਜ਼ ਆ ਪਾਰਕਿੰਗ ਚਾਰਜਸ ਪੇ ਕਰਨੇ ਪੈਣਗੇ। ਅਗਲੇ ਨੰਬਰ ਤੇ ਗੱਲ ਕਰੀਏ ਤਾਂ ਇਨਫਰਾਸਟ੍ਰਕਚਰ ਚਾਰਜਸ, ਜਿਹਨੂੰ ਬੇਸਿਕਲੀ IDC ਵੀ ਕਿਹਾ ਜਾਂਦਾ ਹੈ, ਇਨਫਰਾਸਟ੍ਰਕਚਰ ਡਿਵੈਲਪਮੈਂਟ ਚਾਰਜਸ। ਜਿੱਦਾਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਸੁਸਾਇਟੀ ਦੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਲਈ ਜੋ ਖਰਚਾ ਸਾਨੂੰ ਪੇ ਕਰਨਾ ਪੈਂਦਾ, ਜਿਵੇਂ ਕਿ ਵਾਟਰ ਲਾਈਨ ਹੋ ਗਿਆ, ਉਸ ਤੋਂ ਬਾਅਦ ਮੈਂ ਗੱਲ ਕਰਾਂ ਸੀਵੇਜ ਟ੍ਰੀਟਮੈਂਟ ਪਲਾਂਟ ਹੋ ਗਿਆ, ਗੈਸ ਪਾਈਪਲਾਈਨ ਹੋ ਗਿਆ, ਫਾਇਰ ਫਾਈਟਿੰਗ ਇਕਵਿਪਮੈਂਟਸ ਵਰਗੀਆਂ ਕੁਝ ਫੈਸਿਲਿਟੀਜ਼ ਦੇ ਲਈ ਸਾਨੂੰ ਪੇ ਕਰਨਾ ਪੈਂਦਾ। ਇਹ ਖਰਚਾ ਵੀ ਬੇਸਿਕ ਪ੍ਰਾਈਸ ਦਾ 5 ਤੋਂ 7% ਹੁੰਦਾ ਹੈ। ਜੇ ਆਪਾਂ 6% ਮੰਨ ਕੇ ਚੱਲਦੇ ਹਾਂ ਤਾਂ ਅਰਾਊਂਡ 3,60,000 ਰੁਪਏ ਸਾਨੂੰ ਐਜ਼ ਆ IDC ਪੇ ਕਰਨਾ ਪੈਂਦਾ। ਇਹ ਖਰਚੇ ਤਾਂ ਹੋ ਗਏ ਸੁਸਾਇਟੀ ਦੇ ਅੰਦਰ ਦੇ ਇਨਫਰਾਸਟ੍ਰਕਚਰ ਦੇ ਲਈ। ਸੁਸਾਇਟੀ ਦੇ ਬਾਹਰ ਦੇ ਇਨਫਰਾਸਟ੍ਰਕਚਰ ਜਿਵੇਂ ਕਿ ਸੁਸਾਇਟੀ ਦੇ ਬਾਹਰ ਦਾ ਸੀਵੇਜ, ਇਲੈਕਟ੍ਰਿਕ ਲਾਈਨ, ਸੁਸਾਇਟੀ ਦੀ ਅਪਰੋਚ ਰੋਡ ਦੇ ਲਈ ਕੁਝ ਸੁਸਾਇਟੀਜ਼ ਅਲੱਗ ਤੋਂ ਚਾਰਜ ਕਰਦੀਆਂ ਨੇ। ਇਹਨੂੰ ਕਹਿੰਦੇ ਨੇ ਐਕਸਟਰਨਲ ਡਿਵੈਲਪਮੈਂਟ ਚਾਰਜਸ। ਇਹ ਖਰਚਾ ਬੇਸਿਕਲੀ 4 ਤੋਂ 6% ਤੱਕ ਹੋ ਸਕਦਾ। ਜੇ ਆਪਾਂ 5% ਮੰਨ ਕੇ ਚੱਲੀਏ ਤਾਂ ਸਾਨੂੰ ਅਰਾਊਂਡ 3 ਲੱਖ ਰੁਪਏ ਐਜ਼ ਐਨ EDC ਪੇ ਕਰਨਾ ਪਏਗਾ। ਅਗਲੇ ਨੰਬਰ ਤੇ ਆਉਂਦਾ ਸਿੰਕਿੰਗ ਫੰਡ। ਬਹੁਤ ਸਾਰੀ ਸੁਸਾਇਟੀਜ਼ ਇੱਕ ਫੰਡ ਇਕੱਠਾ ਕਰਦੀਆਂ ਨੇ ਜਿਹਦੇ ਵਿੱਚ ਸੁਸਾਇਟੀ ਦੇ ਮੈਂਬਰਸ ਕੰਟਰੀਬਿਊਟ ਕਰਦੇ ਨੇ, ਬਟ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਦਿੱਤਾ ਜਾਂਦਾ। ਇਸ ਫੰਡ ਦਾ ਮੇਨ ਕੰਮ ਹੁੰਦਾ ਕਿਸੇ ਅਨਐਕਸਪੈਕਟਡ ਐਮਰਜੈਂਸੀ ਜਾਂ ਫਿਰ ਕਿਸੇ ਲੌਂਗ ਟਰਮ ਰਿਪੇਅਰ ਨੂੰ ਕਵਰ ਕਰਨਾ। ਇਹ ਫੰਡ ਬੇਸਿਕਲੀ 2 ਤੋਂ 3% ਹੁੰਦਾ ਬੇਸਿਕ ਪ੍ਰਾਈਸ ਦਾ। ਜੇ ਆਪਾਂ 3% ਮੰਨ ਕੇ ਚੱਲੀਏ ਤਾਂ ਘੱਟੋ ਘੱਟ 1,80,000 ਰੁਪਏ ਸਾਨੂੰ ਐਜ਼ ਆ ਸਿੰਕਿੰਗ ਫੰਡ ਪੇ ਕਰਨੇ ਪੈਂਦੇ ਨੇ। ਜੇਕਰ ਤੁਹਾਡੀ ਸੁਸਾਇਟੀ ਦੇ ਵਿੱਚ ਕੁਝ ਕਮਿਊਨਿਟੀਜ਼ ਨੇ ਜਿਵੇਂ ਕਿ ਕਲੱਬ ਹਾਊਸ ਹੋ ਗਿਆ, ਟੈਨਿਸ ਕੋਰਟ ਹੋ ਗਿਆ ਜਾਂ ਫਿਰ ਸਵੀਮਿੰਗ ਪੂਲ, ਤਾਂ ਇਹਦੇ ਲਈ ਤੁਹਾਨੂੰ ਅਲੱਗ ਤੋਂ ਖਰਚੇ ਪੇ ਕਰਨੇ ਪੈ ਸਕਦੇ ਨੇ। ਜੇ ਆਪਾਂ 3% ਮੰਨ ਕੇ ਚੱਲੀਏ ਤਾਂ ਟੋਟਲ 1,80,000 ਰੁਪਏ ਤੁਹਾਨੂੰ ਇਹਨਾਂ ਅਮਿਊਨਿਟੀਜ਼ ਲਈ ਹੀ ਪੇ ਕਰਨੇ ਪੈ ਸਕਦੇ ਨੇ। ਇਹ ਤਾਂ ਕੁਝ ਖਰਚੇ ਸੀ ਜੋ ਤੁਹਾਡੀ ਸੁਸਾਇਟੀ ਜਾਂ ਤੁਹਾਡੇ ਘਰ ਦੇ ਰਿਲੇਟਡ ਸੀ, ਬਟ ਇਸ ਤੋਂ ਇਲਾਵਾ ਵੀ ਸਾਨੂੰ ਕੁਝ ਸਰਕਾਰੀ ਟੈਕਸਿਸ ਪੇ ਕਰਨੇ ਪੈਂਦੇ ਨੇ ਘਰ ਖਰੀਦਣ ਵੇਲੇ, ਜਿਨ੍ਹਾਂ ਦੇ ਬਾਰੇ ਵੀ ਕੁਝ ਗੱਲ ਕਰ ਲੈਂਦੇ ਹਾਂ। ਜੋ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਸਟੈਂਪ ਡਿਊਟੀ ਪਲੱਸ ਰਜਿਸਟ੍ਰੇਸ਼ਨ ਫੀਸ। ਹਾਲਾਂਕਿ ਸਟੈਂਪ ਡਿਊਟੀ ਅਲੱਗ-ਅਲੱਗ ਸਟੇਟ ਦੇ ਅਕੋਰਡਿੰਗ ਵੈਰੀ ਕਰਦੀ ਹੈ, ਬਟ ਜੇ ਮੈਂ ਦਿੱਲੀ ਦੀ ਗੱਲ ਕਰਾਂ ਤਾਂ ਦਿੱਲੀ ਦੇ ਵਿੱਚ ਮੇਲ ਹੋਮ ਬਾਇਰਸ ਲਈ 6% ਤੇ ਫੀਮੇਲ ਹੋਮ ਬਾਇਰਸ ਨੂੰ 4% ਸਟੈਂਪ ਡਿਊਟੀ ਪੇ ਕਰਨੀ ਪੈਂਦੀ ਹੈ। ਜੀ ਬਿਲਕੁਲ, ਦਿੱਲੀ ਦੇ ਵਿੱਚ ਫੀਮੇਲ ਹੋਮ ਬਾਇਰਸ ਨੂੰ ਥੋੜੀ ਐਡਵਾਂਟੇਜ ਜ਼ਰੂਰ ਮਿਲਦੀ ਹੈ। ਤੇ ਰਜਿਸਟ੍ਰੇਸ਼ਨ ਫੀਸ ਦੀ ਗੱਲ ਕਰਾਂ ਤਾਂ 1% ਹੁੰਦੀ ਹੈ ਬੇਸਿਕ ਪ੍ਰਾਈਸ ਦਾ। ਹੁਣ ਜੇ ਆਪਾਂ ਕੋਈ ਮੰਨ ਕੇ ਚੱਲੀਏ ਕਿ ਮੇਲ ਹੋਮ ਬਾਇਰ ਘਰ ਖਰੀਦਦਾ ਤਾਂ ਉਹਨੂੰ 6% ਸਟੈਂਪ ਡਿਊਟੀ ਪਲੱਸ 1% ਰਜਿਸਟ੍ਰੇਸ਼ਨ ਫੀਸ ਪੇ ਕਰਨੀ ਪੈਂਦੀ ਹੈ। ਟੋਟਲ 7% ਜੇ ਬੇਸਿਕ ਪ੍ਰਾਈਸ ਦਾ ਕੱਢਾਂਗੇ ਤਾਂ 4,20,000 ਰੁਪਏ ਤੁਹਾਨੂੰ ਐਜ਼ ਆ ਸਰਕਾਰੀ ਫੀਸ ਪੇ ਕਰਨੀ ਪਏਗੀ। ਲਾਸਟ ਖਰਚਾ ਜੋ ਤੁਸੀਂ ਗਵਰਨਮੈਂਟ ਨੂੰ ਪੇ ਕਰਦੇ ਹੋ ਉਹਨੂੰ ਕਹਿੰਦੇ ਆ GST। ਹਾਲਾਂਕਿ GST ਰੇਟਸ ਚੇਂਜ ਹੁੰਦੇ ਰਹਿੰਦੇ ਨੇ, ਬਟ ਇਸ ਵੀਡੀਓ ਦੀ ਰਿਕਾਰਡਿੰਗ ਦੇ ਟਾਈਮ ਤੇ ਇੱਕ ਅੰਡਰ ਕੰਸਟਰਕਸ਼ਨ ਪ੍ਰਾਪਰਟੀ ਲਈ 18% GST ਐਪਲੀਕੇਬਲ ਹੈ। ਉਸ ਦਾ ਵੀ 2/3 ਖਰਚਾ ਹੀ ਤੁਹਾਨੂੰ ਪੇ ਕਰਨਾ ਹੈ, ਜੋ ਕਿ ਘੱਟ ਕੇ 12% ਰਹਿ ਜਾਏਗਾ। ਤੇ ਇੱਕ 60 ਲੱਖ ਦੇ ਫਲੈਟ
ਫਲੈਟ ਤੇ 12% GST ਜੇ ਤੁਸੀਂ ਪੇ ਕਰਦੇ ਹੋ ਤਾਂ 7,20,000 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ। ਇਹਨਾਂ ਸਾਰੇ ਖਰਚਿਆਂ ਨੂੰ ਮਿਲਾ ਕੇ ਦੇਖਦੇ ਹਾਂ ਕਿ ਅਸਲ ਦੇ ਵਿੱਚ ਅਸੀਂ ਟੋਟਲ ਐਕਸਟਰਾ ਕਿੰਨਾ ਪੇ ਕਰਦੇ ਹਾਂ। ਜਿਵੇਂ ਗੱਲ ਕਰਾਂ ਬ੍ਰੋਕਰੇਜ, PLC, IDC, ਪਾਰਕਿੰਗ ਚਾਰजेस, EDC, ਸਿੰਕਿੰਗ ਫੰਡ ਜਾਂ ਅਮਿਨਿਟੀਜ਼ ਦੀ ਗੱਲ ਕਰਾਂ, ਉਸ ਤੋਂ ਬਾਅਦ ਸਟੈਂਪ ਡਿਊਟੀ ਪਲੱਸ ਰਜਿਸਟ੍ਰੇਸ਼ਨ ਫੀਸ ਤੇ GST ਨੂੰ ਮਿਲਾ ਕੇ ਟੋਟਲ 28,80,000 ਰੁਪਏ ਅਸੀਂ ਐਕਸਟਰਾ ਪੇ ਕਰਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ 60 ਲੱਖ ਦੇ ਫਲੈਟ ਦੇ ਉੱਪਰ ਤੁਸੀਂ 29 ਲੱਖ ਰੁਪਏ ਐਕਸਟਰਾ ਪੇ ਕਰਦੇ ਹੋ, ਜੋ ਕਿ ਆਲਮੋਸਟ 50% ਹੈ। ਹਾਲਾਂਕਿ ਇਹ ਅਮਾਊਂਟ ਵੇਰੀ ਕਰਦੀ ਹੈ 25 ਤੋਂ 75% ਦੇ ਵਿੱਚ। ਘਰ ਖਰੀਦਣ ਦੇ ਟਾਈਮ ਤੇ ਸਾਰੇ ਖਰਚਿਆਂ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਇਹਨਾਂ ਖਰਚਿਆਂ ਦੇ ਵਿੱਚ ਅਸੀਂ ਤੁਹਾਡੇ ਇੰਟੀਰੀਅਰ ਪਲੱਸ ਫਰਨੀਚਰ ਦਾ ਖਰਚਾ ਇਨਕਲੂਡ ਨਹੀਂ ਕੀਤਾ, ਕਿਉਂਕਿ ਉਹ ਹਰ ਇੱਕ ਦੀ ਆਪਣੀ ਪਰਸਨਲ ਚੋਇਸ ਹੈ। ਬਟ ਜੇ ਉਹ ਖਰਚਾ ਪਲੱਸ ਤੁਹਾਡੀ ਸ਼ਿਫਟਿੰਗ ਦਾ ਖਰਚਾ ਵੀ ਤੁਸੀਂ ਇਨਕਲੂਡ ਕਰਦੇ ਹੋ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਅਮਾਊਂਟ ਕਿੰਨੀ ਜ਼ਿਆਦਾ ਹਾਈ ਹੋ ਸਕਦੀ ਹੈ। ਸੋ ਘਰ ਖਰੀਦਣ ਤੋਂ ਪਹਿਲਾਂ ਪਲੀਜ਼ ਮੇਕ ਸ਼ੋਰ ਕਿ ਤੁਹਾਡਾ ਇਸ ਟਾਈਪ ਦਾ ਬਜਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਨਾਂ ਖਰਚਿਆਂ ਦੇ ਲਈ ਲੋਨ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੇ ਇਹ ਸਾਰੇ ਖਰਚੇ ਤੁਹਾਡੀ ਪਾਕਟ ਦੇ ਵਿੱਚੋਂ ਹੀ ਹੋਣਗੇ। ਉੱਪਰ ਦਿੱਤੀਆਂ ਟਰਮਸ ਦੇ ਵਿੱਚ ਤੋਂ ਤੁਹਾਨੂੰ ਕਿਸੇ ਦੇ ਵਿੱਚ ਕੋਈ ਵੀ ਡਾਊਟ ਲੱਗ ਰਿਹਾ ਤਾਂ ਤੁਸੀਂ ਸਾਨੂੰ ਨੀਚੇ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ, ਤੁਹਾਨੂੰ ਤੁਹਾਡਾ ਜਵਾਬ ਜ਼ਰੂਰ ਮਿਲੇਗਾ। ਇੱਦਾਂ ਦੀ ਹੋਰ ਕਿਫਾਇਤੀ ਇਨਫੋਰਮੇਸ਼ਨ ਦੇ ਲਈ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੀ ਕਿਫਾਇਤੀ ਪੰਜਾਬੀ।